ਨਮਸਕਾਰ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰਨੀ ਹੈ ਕਿ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਉਹ ਬੱਚੇ ਕੀ ਕਰਨ। ਅਕਸਰ ਦੇਖਿਆ ਜਾਂਦਾ ਵਾ ਕਿ ਬੱਚੇ ਦੇ ਕਿਸੇ ਨਾ ਕਿਸੇ ਸਬਜੈਕਟ ਦੇ ਵਿੱਚ ਨੰਬਰ ਘੱਟ ਹੁੰਦੇ ਆ। ਬੱਚੇ ਦੇ ਆਇਲਸ ਦੇ ਵਿੱਚ ਕਿਸੇ ਮੋਡਿਊਲ ਦੇ ਵਿੱਚ ਬੈਂਡ ਘੱਟ ਹੁੰਦੇ ਆ, ਜਾਂ ਪੜ੍ਹਾਈ ਦੇ ਵਿੱਚ ਗੈਪ ਹੁੰਦਾ, ਜਾਂ ਸਟੇਟਮੈਂਟ ਆਫ ਪਰਪਸ ਸਹੀ ਨਹੀਂ ਲਗਾਇਆ ਹੁੰਦਾ, ਜਾਂ ਪੈਸੇ ਸਹੀ ਸ਼ੋਅ ਨਹੀਂ ਕੀਤੇ ਹੁੰਦੇ, ਜਾਂ ਕੋਈ ਇਨਫੋਰਮੇਸ਼ਨ ਮਿਸਮੈਚ ਭਰੀ ਗਈ ਹੁੰਦੀ ਹੈ। ਕਿਸੇ ਨਾ ਕਿਸੇ ਰੀਜ਼ਨ ਕਰਕੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਫਿਰ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਉਹਦੇ ਵੱਲੋਂ ਵੀ ਮੇਰੇ ਅੰਦਰ ਕੀ ਕਮੀ ਰਹਿ ਗਈ ਸੀ। ਅੱਜ ਵੀਜ਼ਾ ਰਿਫਿਊਜ਼ਲ ਦੀ ਗੱਲ ਕਰੀਏ ਤਾਂ 200 ਤਰ੍ਹਾਂ ਦੀਆਂ ਵੀਜ਼ਾ ਰਿਫਿਊਜ਼ਲਸ ਹੁੰਦੀਆਂ ਜੀ। ਜੇਕਰ ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਰਿਫਿਊਜ਼ ਹੋਇਆ, ਘਬਰਾਓ ਨਾ, ਕੋਈ ਪਹਾੜ ਨਹੀਂ ਡਿੱਗ ਪਿਆ ਤੁਹਾਡੇ ਉੱਤੇ। ਇਹ ਵੀਜ਼ਾ ਦੁਬਾਰਾ ਲਿੱਤਾ ਜਾ ਸਕਦਾ। ਐਜ਼ ਪਰ ਕੈਨੇਡੀਅਨ ਇਮੀਗ੍ਰੇਸ਼ਨ ਲਾਅ, ਉਹਨਾਂ ਦਾ ਐਕਟ ਕੀ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਐਪਲੀਕੇਸ਼ਨ ਸਹੀ ਤਰੀਕੇ ਨਾਲ ਅਸੈਸ ਨਹੀਂ ਹੋਈ, ਜਾਂ ਆਫਿਸਰ ਨੇ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਚੰਗੀ ਤਰੀਕੇ ਨਾਲ ਤੁਹਾਡੀਆਂ ਦਿੱਤੀਆਂ ਗਈਆਂ ਚੀਜ਼ਾਂ ਨੂੰ ਨਹੀਂ ਸਮਝਿਆ, ਤਾਂ ਤੁਸੀਂ ਜਦੋਂ ਚਾਹੋ ਇਹ ਐਪਲੀਕੇਸ਼ਨ ਜਸਟੀਫਿਕੇਸ਼ਨ ਦੇ ਕੇ ਦੁਬਾਰਾ ਲਗਾ ਸਕਦੇ ਹੋ। ਯਾਦ ਰੱਖਿਓ, ਜਦੋਂ ਦੁਬਾਰਾ ਫਾਈਲ ਲਾਣੀ ਹੈ ਉਸ ਫਾਈਲ ਦੇ ਵਿੱਚ ਕੁਝ ਚੇਂਜ ਹੋਣਾ ਚਾਹੀਦਾ ਹੈ। ਜੇ ਤੁਸੀਂ ਐਜ਼ ਇਟ ਇਜ਼ ਪਹਿਲੇ ਵਾਲੀ ਫਾਈਲ ਚੁੱਕ ਕੇ ਲਾ ਦੋਗੇ ਤਾਂ ਵੀਜ਼ੇ 'ਚ ਚਾਂਸ ਬਹੁਤ ਘੱਟ ਨੇ। ਮੇਰਾ ਨਾਮ ਵਿਨੇ ਹਰੀ ਹੈ। ਅਸੀਂ ਹਜ਼ਾਰਾਂ ਹੀ ਬੱਚਿਆਂ ਨੂੰ ਅੱਜ ਤੱਕ ਭੇਜ ਚੁੱਕੇ ਹਾਂ। ਸਾਡੇ ਕੋਲ ਉਹ ਬੱਚਾ ਆਉਂਦਾ ਜਿਹਦਾ ਵੀਜ਼ਾ ਨਹੀਂ ਲੱਗਦਾ। ਜੇਕਰ ਤੁਸੀਂ ਵੀ ਇੱਦਾਂ ਦੇ ਐਪਲੀਕੈਂਟ ਹੋ ਜਿਹਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ, ਘਬਰਾਓ ਨਾ, ਇਹ ਵੀਡੀਓ ਚੰਗੀ ਤਰ੍ਹਾਂ ਦੇਖੋ, ਤੁਸੀਂ ਵੀਜ਼ੇ ਤੱਕ ਪਹੁੰਚ ਸਕਦੇ ਹੋ। ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਆ ਉਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਹੈ ਕੋਰਸ ਦੀ ਗਲਤ ਚੋਣ ਕੀਤੀ ਗਈ ਹੁੰਦੀ ਹੈ। ਯਾਦ ਰੱਖਿਓ, ਜਿਹੜੇ ਕਾਲਜ ਯੂਨੀਵਰਸਿਟੀ 'ਚ ਤੁਸੀਂ ਪੜ੍ਹਨ ਚੱਲੇ ਹੋ ਉਹਦੇ ਵਿੱਚ ਜਿਹੜਾ ਕੋਰਸ ਤੁਸੀਂ ਲਿਆ ਵਾ ਤੁਹਾਡੀ ਪਿਛਲੀ ਪੜ੍ਹਾਈ ਦੇ ਨਾਲ ਮੈਚ ਖਾਂਦਾ ਹੋਣਾ ਚਾਹੀਦਾ। ਕੈਨੇਡਾ ਦੇ ਵਿੱਚ ਮੈਕਸੀਮਮ ਰਿਫਿਊਜ਼ਲ ਦੇ ਚਾਂਸ ਉਦੋਂ ਬਣ ਜਾਂਦੇ ਆ ਜਦੋਂ ਤੁਹਾਡੇ ਮੈਥ ਦੇ ਵਿੱਚ ਨੰਬਰ ਘੱਟ ਹੁੰਦੇ ਆ ਜਾਂ ਤੁਹਾਡੇ ਕੋਲ ਮੈਥ ਦਾ ਸਬਜੈਕਟ ਨਹੀਂ ਹੁੰਦਾ। ਬਹੁਤ ਥੋੜ੍ਹੇ ਕੋਰਸ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੈਥ ਨਹੀਂ ਚਾਹੀਦਾ। ਅਦਰਵਾਈਜ਼ ਹਰ ਇੱਕ ਕੋਰਸ ਦੇ ਵਿੱਚ ਹਿਸਾਬ ਦਾ ਇਹਦੇ ਸਬਜੈਕਟ ਹੋਣਾ ਜ਼ਰੂਰੀ ਹੈ। ਜਦੋਂ ਤੁਹਾਡੇ ਕੋਲ ਮੈਥ ਨਹੀਂ ਹੁੰਦਾ, ਵੀਜ਼ਾ ਰਿਫਿਊਜ਼ਲ ਵਾਲੇ ਪਾਸੇ ਚੱਲਣਾ ਸ਼ੁਰੂ ਕਰ ਦਿੰਦਾ। ਬਹੁਤ ਸਾਰੇ ਕੋਰਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਤੁਸੀਂ ਉਹ ਕੋਰਸ ਲੈਣਾ ਵਾ ਜਿਹਦੇ ਵਿੱਚ ਮੈਥ ਨਹੀਂ ਹੈਗਾ, ਜਾਂ ਜਿਹਦੇ ਵਿੱਚ ਮੈਥ ਐਜ਼ ਏ ਫਾਊਂਡੇਸ਼ਨ ਪੜ੍ਹਾਇਆ ਜਾਏਗਾ। ਸਭ ਤੋਂ ਵੱਡਾ ਰੀਜ਼ਨ ਅੱਜ ਐਪਲੀਕੇਸ਼ਨ ਡਿਕਲਾਈਨ ਹੋਣ ਦਾ ਇਹੀ ਹੈ ਕਿ ਤੁਸੀਂ ਉਹਦੀ ਰਿਕੁਆਇਰਮੈਂਟ ਮੀਟ ਨਹੀਂ ਕਰਦੇ। ਤੁਸੀਂ ਕੋਈ ਮੈਡੀਕਲ ਦੀ ਪੜ੍ਹਾਈ ਪੜ੍ਹੀ ਹੈ, ਇਹ ਮੈਡੀਕਲ ਦੀ ਪੜ੍ਹਾਈ ਇੰਡੀਆ 'ਚ ਉਦੋਂ ਤੱਕ ਤੁਹਾਡੇ ਕੰਮ ਨਹੀਂ ਆਣੀ ਕੈਨੇਡਾ ਜਾਣ ਲਈ ਜਦੋਂ ਤੱਕ ਇਹਦੇ ਨਾਲ ਤੁਸੀਂ ਮੈਥ ਨਹੀਂ ਰੱਖਿਆ। ਬੱਚੇ ਫਿਜ਼ਿਕਸ, ਕੈਮਿਸਟਰੀ, ਬਾਇਓ ਦੇ ਨਾਲ ਮੈਡੀਕਲ ਕਰਦੇ ਆ, ਜਦਕਿ ਕੈਨੇਡਾ ਦੇ ਵਿੱਚ ਮੈਡੀਕਲ 'ਚ ਜਾਣ ਲਈ ਤੁਹਾਨੂੰ ਫਿਜ਼ਿਕਸ, ਕੈਮਿਸਟਰੀ, ਬਾਇਓ ਦੇ ਨਾਲ ਮੈਥ ਚਾਹੀਦਾ ਵਾ। ਜੇ ਤੁਹਾਡੇ ਕੋਲ ਮੈਥ ਨਹੀਂ ਹੈਗਾ ਤੁਹਾਨੂੰ ਮੈਡੀਕਲ ਦੇ ਕੋਰਸ 'ਚ ਦਾਖਲਾ ਨਹੀਂ ਮਿਲਣਾ। ਤੁਸੀਂ ਦਾਖਲਾ ਲੈ ਵੀ ਲਓਗੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਣਾ, ਕਿਉਂਕਿ ਮੈਥ ਤੋਂ ਬਿਨਾਂ ਤੁਸੀਂ ਮੈਡੀਕਲ ਦੀ ਸਿੱਖਿਆ ਹਾਸਲ ਨਹੀਂ ਕਰ ਸਕਦੇ। ਅੱਜ ਇੱਕ ਕੋਰਸ ਤੁਸੀਂ ਗਲਤ ਲੈ ਲੈਂਦੇ ਹੋ। ਤੁਸੀਂ +2 ਦੀ ਪੜ੍ਹਾਈ ਆਰਟਸ ਦੇ ਨਾਲ ਪੜ੍ਹੀ ਆ, ਕੋਰਸ ਤੁਸੀਂ ਕਮਰਸ ਦਾ ਲੈ ਲੈਂਦੇ ਹੋ। ਤੁਹਾਡੇ ਹਿਸਾਬ ਦੇ ਵਿੱਚ ਨੰਬਰ ਘੱਟ ਨੇ, ਉਹਦੇ ਬਾਵਜੂਦ ਤੁਸੀਂ ਇੰਜੀਨੀਅਰਿੰਗ ਦਾ ਕੋਰਸ ਲੈ ਲੈਂਦੇ ਹੋ। ਤੁਹਾਡੇ ਮੈਥ ਦੇ ਵਿੱਚ 60 ਤੋਂ ਘੱਟ ਨੰਬਰ ਹੈ, ਤੁਸੀਂ ਕੰਪਿਊਟਰ ਇੰਜੀਨੀਅਰਿੰਗ, ਤੁਸੀਂ ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਂਦੇ ਹੋ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਣਾ, ਕਿਉਂਕਿ ਉੱਥੇ ਮੈਥ ਦੀ ਲੋੜ ਹੈ। ਜਦੋਂ ਤੱਕ ਸਹੀ ਕੋਰਸ ਦੀ ਚੋਣ ਨਹੀਂ ਕਰੋਗੇ ਵੀਜ਼ਾ ਨਹੀਂ ਮਿਲਣਾ। ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਵਾ, ਸਭ ਤੋਂ ਪਹਿਲਾਂ ਆਪਦਾ ਐਪਲੀਕੇਸ਼ਨ ਫਾਰਮ ਦੇਖੋ। ਵੀਜ਼ਾ ਰਿਫਿਊਜ਼ ਹੋਣ ਵਾਲੇ ਬੱਚੇ ਨੂੰ ਨਹੀਂ ਪਤਾ ਗਿਆ ਹੁੰਦਾ ਕਿ ਉਹਦੀ ਫਾਈਲ ਦੇ ਵਿੱਚ ਕੀ ਕੋਰਸ ਲਗਾਇਆ ਗਿਆ ਵਾ, ਉਹਦੇ ਐਪਲੀਕੇਸ਼ਨ ਫਾਰਮ 'ਚ ਕੀ ਲਿਖਿਆ ਗਿਆ ਵਾ। ਕੀ ਤੁਹਾਡਾ ਕੋਰਸ ਤੁਹਾਡੀ ਪੜ੍ਹਾਈ ਦੇ ਨਾਲ ਮੈਚ ਖਾਂਦਾ? ਇਹ ਮੈਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਹਾਡਾ ਕੋਰਸ ਤੁਹਾਡੀ ਪਿਛਲੀ ਪੜ੍ਹਾਈ ਦੇ ਨਾਲ ਮੈਚ ਨਹੀਂ ਖਾਂਦਾ, ਵੀਜ਼ਾ ਰਿਫਿਊਜ਼ ਹੋ ਜਾਣਾ ਤੁਹਾਡਾ। ਹੁਣ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਵਾ। ਅੱਜ ਬਹੁਤ ਸਾਰੇ ਬੱਚੇ ਜਿਨ੍ਹਾਂ ਦੀਆਂ AIP ਆਈਆਂ ਸੀ, AIP ਤੋਂ ਬਾਅਦ ਵੀਜ਼ੇ ਰਿਫਿਊਜ਼ ਹੋ ਰਹੇ ਆ। ਕਿੱਦਾਂ ਤੁਸੀਂ ਵੀਜ਼ੇ ਤੱਕ ਪਹੁੰਚ ਸਕਦੇ ਹੋ?
ਮੇਰੀਆਂ ਚੰਦ ਇੱਕ ਗੱਲਾਂ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸੂਗਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਧਿਆਨ ਨਾਲ ਸੁਣਨਾ। ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਸਭ ਤੋਂ ਪਹਿਲਾਂ ਤੁਸੀਂ ਆਪਣੇ ਏਜੰਟ ਦੇ ਕੋਲ ਜਾ ਕੇ ਉਹਨਾਂ ਨੂੰ ਕਹੋ ਤੁਹਾਨੂੰ ਐਪਲੀਕੇਸ਼ਨ ਫਾਰਮ ਤੁਹਾਡਾ ਦੇਣ। ਜੇ ਤੁਸੀਂ ਆਪ ਐਪਲੀਕੇਸ਼ਨ ਭਰੀ ਸੀ ਤਾਂ ਫਿਰ ਤੁਹਾਡੇ ਕੋਲ ਐਪਲੀਕੇਸ਼ਨ ਫਾਰਮ ਹੋਣਾ ਚਾਹੀਦਾ। ਕੈਨੇਡਾ ਸਟੱਡੀ ਵੀਜ਼ਾ ਵਾਸਤੇ ਅਰਜੀ ਦਿੱਤੀ ਸੀ, ਜਿਹੜੀ ਤੁਸੀਂ ਅਰਜੀ ਦਾ ਫਾਰਮ ਭਰਿਆ ਸੀ, ਜਿਹਨੂੰ ਐਪਲੀਕੇਸ਼ਨ ਫਾਰਮ ਕਿਹਾ ਜਾਂਦਾ, ਇਹ 6 ਤੋਂ 8 ਪੇਜਾਂ ਦਾ ਫਾਰਮ ਹੁੰਦਾ। ਇਸ ਫਾਰਮ ਦੇ ਵਿੱਚ ਤੁਹਾਡੀ ਡਿਟੇਲ ਦਿੱਤੀ ਗਈ ਹੁੰਦੀ ਹੈ। ਤੁਹਾਡਾ ਨਾਮ ਕੀ ਹੈ, ਪਾਸਪੋਰਟ ਨੰਬਰ, ਡੇਟ ਆਫ ਬਰਥ, ਤੁਹਾਡੇ ਘਰ ਦਾ ਐਡਰੈਸ, ਤੁਹਾਡਾ ਈਮੇਲ ਆਈਡੀ, ਤੁਹਾਡਾ ਪਾਸਪੋਰਟ ਨੰਬਰ, ਤੁਹਾਡਾ ਮੋਬਾਈਲ ਨੰਬਰ, ਤੁਹਾਡੇ ਮਾਤਾ ਪਿਤਾ ਦੀ ਡਿਟੇਲ ਲਈ ਜਾਂਦੀ ਹੈ ਤੁਹਾਡੇ ਕੋਲੋਂ। ਤੁਸੀਂ ਕਿਹੜੇ ਸਕੂਲ ਕਾਲਜ 'ਚ ਪੜ੍ਹੇ ਹੋ, ਕਿਹੜੇ ਸਕੂਲ ਕਾਲਜ ਦੇ ਵਿੱਚ ਪੜ੍ਹਨ ਚੱਲੇ ਹੋ, ਤੁਸੀਂ ਕਿਹੜਾ ਕੋਰਸ ਲਿਆ ਵਾ, ਇਸ ਚੀਜ਼ ਦੀ ਜਾਣਕਾਰੀ ਮੰਗੀ ਜਾਂਦੀ ਹੈ। ਤੁਹਾਡੇ ਕੋਰਸ ਦੀ ਫੀਸ ਕਿੰਨੀ ਸੀ, ਤੁਹਾਡੀ ਉੱਥੇ ਲਿਵਿੰਗ ਐਕਸਪੈਂਸ ਕਿੰਨੇ ਆ, ਤੁਹਾਡੇ ਪੈਸੇ ਕਿੰਨੇ ਸ਼ੋਅ ਕਰ ਰਹੇ ਹੋ ਤੁਸੀਂ, ਔਰ ਇਹ ਪੈਸੇ ਕਿਹਦੇ ਨੇ, ਤੁਹਾਡੇ ਮਾਂ-ਬਾਪ ਦੇ ਪੈਸੇ ਨੇ, ਤੁਹਾਡੇ ਹਸਬੈਂਡ ਦੇ ਪੈਸੇ ਨੇ। ਇਹ ਸਾਰੀਆਂ ਚੀਜ਼ਾਂ ਫਾਰਮ ਦੇ ਵਿੱਚ ਲਿਖੀਆਂ ਹੁੰਦੀਆਂ ਵਾ। ਤੁਸੀਂ 12ਵੀਂ ਦੀ ਪੜ੍ਹਾਈ ਤੋਂ ਬਾਅਦ ਕੀ ਪੜ੍ਹੇ ਹੋ, ਤੁਹਾਨੂੰ ਫਾਰਮ ਦੇ ਵਿੱਚ ਲਿਖਣਾ ਪੈਣਾ ਵਾ। ਤੁਹਾਨੂੰ ਦੱਸਣਾ ਪਏਗਾ ਕਿ ਜਿਹੜੀ 12ਵੀਂ ਦੀ ਪੜ੍ਹਾਈ ਤੁਸੀਂ ਪੜ੍ਹੀ ਹੈ, ਜੇ ਉਹਦੇ ਤੋਂ ਬਾਅਦ ਜੇ ਕੋਈ ਗੈਪ ਹੈ, ਉਸ ਗੈਪ ਦੇ ਵਿੱਚ ਤੁਸੀਂ ਕੀ ਕੀਤਾ। ਤੁਹਾਡਾ ਵਰਕ ਐਕਸਪੀਰੀਅੰਸ ਦੇ 3 ਕਾਲਮ ਬਣੇ ਹੋਏ ਆ, ਤੁਹਾਨੂੰ ਉਹ ਕਾਲਮ ਫਿਲ ਕਰਨੇ ਪੈਣਗੇ। ਜਦੋਂ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਆਪ ਚੰਗੀ ਤਰ੍ਹਾਂ ਛਾਣ ਨਹੀਂ ਲੈਂਦੇ, ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੇ ਅੰਦਰ ਕੀ ਕਮੀ ਸੀਗੀ। ਇੱਥੇ ਅੱਧੇ ਅਧੂਰੇ ਐਪਲੀਕੇਸ਼ਨ ਫਾਰਮ ਹੁੰਦੇ ਆ ਸਟੂਡੈਂਟਸ ਦੇ। ਜਦੋਂ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਆਪ ਚੈੱਕ ਨਹੀਂ ਕਰਦੇ, ਤੁਸੀਂ ਵੀਜ਼ੇ ਤੱਕ ਨਹੀਂ ਪਹੁੰਚਦੇ। ਐਪਲੀਕੇਸ਼ਨ ਫਾਰਮ ਦੇ ਵਿੱਚ ਪੁੱਛਿਆ ਜਾਂਦਾ ਕਿ ਤੁਸੀਂ ਕਿਸੇ ਕੰਟਰੀ ਤੋਂ ਪਹਿਲਾਂ ਵੀਜ਼ਾ ਰਿਫਿਊਜ਼ ਹੋਇਆ ਤੁਹਾਡਾ, ਤੁਸੀਂ ਜਿਨ੍ਹਾਂ ਵੀ ਮੁਲਕਾਂ 'ਚ ਪਹਿਲਾਂ ਵੀਜ਼ਾ ਰਿਫਿਊਜ਼ ਕਰਾਇਆ ਵਾ, ਤੁਹਾਨੂੰ ਉਹਦੀ ਡਿਟੇਲ ਸਾਰੀ ਦੇਣੀ ਪੈਣੀ ਹੈ। ਜਦੋਂ ਤੱਕ ਤੁਸੀਂ ਆਪ ਵਲੰਟਰੀ ਡਿਸਕਲੋਜ਼ ਨਹੀਂ ਕਰਦੇ, ਚੀਜ਼ਾਂ ਪੋਜ਼ਿਟਿਵ ਵਾਲੇ ਪਾਸੇ ਨਹੀਂ ਤੁਰਦੀਆਂ। ਐਪਲੀਕੇਸ਼ਨ ਫਾਰਮ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਹੁਣ ਤੁਹਾਡਾ ਵੀਜ਼ਾ ਰਿਫਿਊਜ਼ਲ ਲੈਟਰ ਦੇ ਵਿੱਚ ਕੀ ਲਿਖਿਆ ਹੈ। ਆਫਿਸਰ ਨੇ ਲਿਖਿਆ ਵਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਵਾਪਸ ਆਓਗੇ। ਕੀ ਤੁਸੀਂ ਆਪਣੇ ਪਰਿਵਾਰ ਦੀ ਡਿਟੇਲ ਸਾਰੀ ਸਟੇਟਮੈਂਟ ਆਫ ਪਰਪਸ 'ਚ ਲਿਖੀ ਹੈ। ਇੱਥੇ ਜ਼ਿਆਦਾਤਰ ਬੱਚਿਆਂ ਨੇ ਸਟੇਟਮੈਂਟ ਆਫ ਪਰਪਸ ਹੀ ਆਪ ਨਹੀਂ ਲਿਖਿਆ ਗਿਆ ਹੁੰਦਾ। ਸਟੇਟਮੈਂਟ ਆਫ ਪਰਪਸ ਇੱਕ ਕਾਗਜ਼ ਹੈ ਜੋ ਤੁਹਾਡੀ ਜ਼ਿੰਦਗੀ ਬਾਰੇ ਦੱਸਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕੀਤਾ ਅੱਜ ਤੱਕ, ਔਰ ਅੱਗੇ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹੋ। ਤੁਸੀਂ ਕੈਨੇਡਾ ਕਿਉਂ ਜਾ ਰਹੇ ਹੋ, ਤੁਸੀਂ ਇਸ ਕਾਲਜ 'ਚ ਦਾਖਲਾ ਕਿਉਂ ਲਿਆ ਵਾ, ਕੋਰਸ ਕਿਉਂ ਕਰ ਰਹੇ ਹੋ, ਇਸ ਕੋਰਸ ਦਾ ਕੀ ਫਾਇਦਾ ਹੋਏਗਾ, ਜ਼ਿੰਦਗੀ 'ਚ ਕਿੱਥੇ ਜਾਣਾ ਚਾਹੁੰਦੇ ਹੋ, ਇਸ ਕੋਰਸ ਦੀ ਪੜ੍ਹਾਈ ਦੀ ਜਿਹੜੀ ਫੀਸ ਆ ਕੌਣ ਬੀਅਰ ਕਰੇਗਾ, ਤੁਸੀਂ ਵਾਪਸ ਆ ਕੇ ਕੀ ਕਰੋਗੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਨੂੰ ਦੱਸਣੀਆਂ ਪੈਣੀਆਂ। ਯਾਦ ਰੱਖਿਓ, ਹਰ ਇੱਕ ਫਿਲਮ ਦੀ ਸਟੋਰੀ ਵੱਖਰੀ ਹੁੰਦੀ ਹੈ, ਹਰ ਇੱਕ ਇਨਸਾਨ ਦੀ ਸਟੋਰੀ ਵੀ ਵੱਖਰੀ ਹੁੰਦੀ ਹੈ। ਮੈਂ ਚਾਹ ਕੇ ਵੀ ਤੁਹਾਡੀ SOP ਨਹੀਂ ਲਿਖ ਪਾਊਂਗਾ, ਜੇ ਲਿਖੂੰਗਾ ਤਾਂ ਉਹ ਮਨਜ਼ੂਰ ਨਹੀਂ ਹੋਏਗੀ, ਕਿਉਂਕਿ ਤੁਹਾਡੀ ਇੱਕ ਜ਼ਿੰਦਗੀ ਆਪਦੀ ਹੈ। ਤੁਹਾਡੇ ਏਜੰਟ ਨੇ SOP ਦੇ ਵਿੱਚ ਕੀ ਲਿਖਿਆ, ਕਿੱਦਾਂ ਜਸਟੀਫਾਈ ਕੀਤਾ, ਤੁਹਾਨੂੰ ਦੇਖਣਾ ਪੈਣਾ। ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ, ਅਗਲੀ ਵਾਰੀ SOP ਤੁਸੀਂ ਆਪ ਲਿਖਣੀ ਹੈ। ਆਪਣੀ SOP ਆਪ ਬਣਾਓ, ਜਸਟੀਫਿਕੇਸ਼ਨ ਦੇ ਨਾਲ ਲਿਖੋ, ਪ੍ਰੋਪਰ ਐਵੀਡੈਂਸ ਲਾਓ। ਘੱਟੋ ਘੱਟ 500 ਵਰਡਸ ਦੀ ਤੁਹਾਡੀ SOP ਹੋਣੀ ਚਾਹੀਦੀ ਹੈ, 4 ਤੋਂ 6 ਪੇਜ ਦੀ, ਜਿਹਦੇ ਵਿੱਚ ਚੰਗੀ ਤਰ੍ਹਾਂ ਡਿਕਲੇਅਰ ਕਰੋ ਕਿ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਜੇ। ਪਿਛਲੀ ਵਾਰੀ ਤੁਹਾਡੀ ਫਾਈਲ ਰਿਫਿਊਜ਼ ਹੋਈ ਸੀ, ਕਿਸ ਰੀਜ਼ਨ ਕਰਕੇ ਅਫਸਰ ਨੇ ਰਿਫਿਊਜ਼ ਕੀਤੀ ਸੀ, ਔਰ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਇਹਦੇ 'ਚ ਕੀ ਚੇਂਜ ਕੀਤਾ। ਆਪ ਦੀ ਇੰਟੈਂਸ਼ਨ ਚੰਗੀ ਤਰ੍ਹਾਂ ਦੱਸੋਗੇ SOP ਦੇ ਵਿੱਚ, ਅਫਸਰ SOP ਪੜ੍ਹ ਕੇ ਤੁਹਾਡਾ ਡਿਸੀਜਨ ਲਏਗਾ। ਤੀਸਰੀ ਚੀਜ਼, ਤੁਹਾਡੀ ਮਿਸਿੰਗ ਮਾਰਕਸ਼ੀਟ 'ਤੇ ਨਹੀਂ ਲਿਖਿਆ ਹੋਇਆ ਕਿਤੇ ਤੁਹਾਡੀ ਰਿਫਿਊਜ਼ਲ ਲੈਟਰ ਦੇ ਵਿੱਚ ਮਿਸਿੰਗ ਮਾਰਕਸ਼ੀਟ, ਕਿਉਂਕਿ ਫਾਈਲ ਲੱਗਦੀ ਹੈ ਆਨਲਾਈਨ। ਕੀ ਏਜੰਟ ਨੇ ਸਾਰੇ ਕਾਗਜ਼ ਤੁਹਾਡੇ ਅਪਲੋਡ ਕੀਤੇ ਸੀ। ਕਿਤੇ ਇੱਦਾਂ ਤਾਂ ਨਹੀਂ ਹੋਇਆ ਕਿ ਤੁਹਾਡੀ ਪੜ੍ਹਾਈ ਦਾ ਕੋਈ ਕਾਗਜ਼ ਹੀ ਨਹੀਂ ਲਗਾਇਆ ਗਿਆ ਫਾਈਲ ਦੇ ਵਿੱਚ, ਕਿਤੇ 10ਵੀਂ 12ਵੀਂ ਦਾ ਸਰਟੀਫਿਕੇਟ ਲਗਾਉਣਾ ਕੋਈ ਭੁੱਲ ਗਿਆ। ਤੁਸੀਂ ਆਪ ਦੇਖਣਾ ਸਾਰਾ ਕੁਝ। ਤੁਹਾਡੇ ਪੜ੍ਹਾਈ 'ਚ ਨੰਬਰ ਘੱਟ ਤੇ ਨਹੀਂ ਹੈਗੇ, ਜੇ ਹੈਗੇ ਆ ਕਿ ਤੁਸੀਂ ਜਸਟੀਫਾਈਡ ਕੀਤਾ ਉਹਨੂੰ ਸਟੇਟਮੈਂਟ ਆਫ ਪਰਪਸ ਦੇ ਵਿੱਚ। ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਸੀਗਾ, ਇਹ ਗੈਪ ਦਾ ਕਿਤੇ ਕੋਈ ਤੁਸੀਂ ਫਰਜ਼ੀ ਕਾਗਜ਼ ਤਾਂ ਨਹੀਂ ਦਿੱਤਾ ਬਣਾ ਕੇ। ਜੇ ਤੁਸੀਂ ਕਿਤੇ ਨੌਕਰੀ ਕੀਤੀ ਹੈ, ਇਕੱਲੀ ਅਪੁਆਇੰਟਮੈਂਟ ਲੈਟਰ ਦੇ ਨਾਲ ਨਹੀਂ ਹੋਣਾ, ਤੁਹਾਨੂੰ ਲਿਵਿੰਗ ਲੈਟਰ ਵੀ ਨਾਲ ਦੇਣਾ ਪਏਗਾ। ਜੇ ਤੁਸੀਂ ਕੋਈ ਕੰਮ ਕਰਦੇ ਹੋ, ਤੁਸੀਂ ਇਨਕਮ ਟੈਕਸ ਦੀ ਰਿਟਰਨ ਭਰੀ ਹੈ, ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਕਾਰੋਬਾਰ ਕੌਣ ਸੰਭਾਲੇਗਾ। ਅੱਜ ਬੱਚੇ 2-2 3-3 ਸਾਲ ਆਇਲਸ ਦਾ ਟੈਸਟ ਕਰਨ ਨੂੰ ਲਗਾ ਦਿੰਦੇ ਆ, ਫਿਰ ਫਰਜ਼ੀ ਕਾਗਜ਼ ਲਗਾ ਕੇ
ਗੈਪ ਪੂਰਾ ਕਰਕੇ ਆਪਣੀ ਫਾਈਲ ਲਾਉਣ ਦੀ ਕੋਸ਼ਿਸ਼ ਕਰਦੇ ਅੱਜ ਉਸ ਰੀਜ਼ਨ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ। ਤੁਹਾਡਾ AIP ਤੋਂ ਬਾਅਦ ਰਿਫਿਊਜ਼ ਹੋਇਆ ਵਾ, ਤੁਹਾਡਾ ਨਾਰਮਲ ਰਿਫਿਊਜ਼ ਹੋ ਗਿਆ, ਤੁਹਾਡਾ 5.5 ਬੈਂਡ ਕਰਕੇ ਰਿਫਿਊਜ਼ ਹੋ ਗਿਆ, ਤੁਹਾਡਾ ਗੈਪ ਕਰਕੇ ਰਿਫਿਊਜ਼ ਹੋ ਗਿਆ, ਤੁਹਾਡਾ ਘੱਟ ਨੰਬਰਾਂ ਕਰਕੇ ਰਿਫਿਊਜ਼ ਹੋ ਗਿਆ। ਕਿਸੇ ਵੀ ਰਿਫਿਊਜ਼ਲ ਕਿਸੇ ਵੀ ਰੀਜ਼ਨ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ। ਤੁਹਾਨੂੰ ਸਕਰੀਨ ਦੇ ਉੱਤੇ ਆ ਨੰਬਰ ਨਜ਼ਰ ਆ ਰਹੇ, ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰੋ, ਮੇਰੇ ਨਾਲ ਸੰਪਰਕ ਕਰੋ। ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਜਾਂ WhatsApp ਦੇ ਜ਼ਰੀਏ ਸਾਨੂੰ ਆਪਦੇ ਕਾਗਜ਼ ਭੇਜੋ। ਅਸੀਂ ਪੈਸੇ ਬਾਅਦ 'ਚੋਂ ਲੈਣੇ ਆ ਔਰ ਪੈਸੇ ਉਦੋਂ ਲੈਣੇ ਜਦੋਂ ਤੁਹਾਡਾ ਕੰਮ ਹੋਏਗਾ। ਤੁਹਾਡਾ ਇੱਕ ਵਾਰੀ ਰਿਫਿਊਜ਼ ਹੈ, 2 ਵਾਰੀ ਰਿਫਿਊਜ਼ ਹੈ, ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰੋ। ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਅਪਾਇੰਟਮੈਂਟ ਬਣਾਓ। ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਸੋਮਵਾਰ ਨੂੰ ਮੈਂ ਤੁਹਾਨੂੰ ਜਲੰਧਰ ਮਿਲ ਸਕਦਾ। ਚੰਡੀਗੜ੍ਹ 'ਚ ਵੀ ਸਾਡਾ ਦਫ਼ਤਰ ਹੈ, ਅੰਮ੍ਰਿਤਸਰ 'ਚ ਵੀ ਦਫ਼ਤਰ ਹੈ। ਕਿਸੇ ਵੀ ਜਗ੍ਹਾ 'ਤੇ ਮਿਲਣਾ ਚਾਹੁੰਦੇ ਜੇ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਨੀ ਹੈ। ਇਸ ਨੰਬਰ 'ਤੇ ਕਾਲ ਕਰਕੇ ਮੇਰੇ ਨਾਲ ਅਪਾਇੰਟਮੈਂਟ ਬਣਾਓ ਤਾਂ ਜੋ ਤੁਸੀਂ ਆਪਦੀ ਮੰਜ਼ਿਲ ਤੱਕ ਪਹੁੰਚ ਪਾਓ। ਅਸੀਂ ਪੈਸੇ ਬਾਅਦ 'ਚੋਂ ਲੈਣੇ ਆ। ਕਿਉਂ ਲੈਣੇ? ਕਿਉਂਕਿ ਸਾਡਾ ਕੰਮ ਤੁਹਾਡਾ ਵੀਜ਼ਾ ਲਵਾਉਣ ਦਾ ਵਾ। ਤੁਸੀਂ 33 ਨੰਬਰਾਂ ਨਾਲ ਪਾਸ ਹੋ ਗਏ ਹੋ। ਤੁਹਾਡੇ 2 ਦੇ ਵਿੱਚ 5.5 ਬੈਂਡ ਆ ਗਏ। ਤੁਹਾਡੇ ਓਵਰਆਲ 6 ਬੈਂਡ ਨੇ, 1 'ਚ 5 ਰਹਿ ਗਏ, 2 'ਚ 5 ਰਹਿ ਗਏ, ਫਿਰ ਵੀ ਫਾਈਲ ਲੱਗ ਜਾਂਦੀ ਹੈ। ਅੱਜ ਐਮਬੈਸੀ ਦੀ ਰਿਕੁਆਇਰਮੈਂਟ ਕੀ ਹੈ ਕਿ ਤੁਹਾਡੇ 6 ਬੈਂਡ ਓਵਰਆਲ ਹੋਣੇ ਚਾਹੀਦੇ ਆ। ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਵਾ, ਤੁਸੀਂ ਉੱਥੇ ਜਾਣਾ ਵਾ ਜਿੱਥੇ ਕੰਮ ਹੁੰਦਾ। ਯਾਦ ਰੱਖਿਓ, ਜਦੋਂ ਬਿਮਾਰ ਹੁੰਦੇ ਆ ਉਦੋਂ ਹਸਪਤਾਲ ਦੇ ਵਿੱਚ ਜਾਂਦੇ ਆ। ਇਲਾਜ ਨਹੀਂ ਹੁੰਦਾ, ਵੱਡੇ ਹਸਪਤਾਲ 'ਚ ਜਾਂਦੇ ਆ। ਸਾਡਾ ਇੱਕ ਕਾਰੋਬਾਰ ਹੈ ਜਿੱਥੇ ਅਸੀਂ ਬੱਚਿਆਂ ਦੇ ਵੀਜ਼ੇ ਲਵਾਉਂਦੇ ਆ, ਰਿਫਿਊਜ਼ਲ ਵਾਲਿਆਂ ਦੇ। ਸਾਡੇ ਕੋਲ ਉਹ ਕਲਾਇੰਟ ਆਉਂਦਾ ਵਾ ਜਿਹਦਾ ਵੀਜ਼ਾ ਨਹੀਂ ਲੱਗਦਾ। ਸਾਡੀ ਸਪੈਸ਼ਲਾਈਜੇਸ਼ਨ ਹੈ। ਅਸੀਂ 5-5 7-7 ਵਾਰੀ ਰਿਫਿਊਜ਼ਲ ਵਾਲੇ ਪਤਾ ਨਹੀਂ ਕਿੰਨੇ ਵੀਜ਼ੇ ਲਵਾ ਚੁੱਕੇ ਆ। ਵੀਜ਼ਾ ਲੱਗਦਾ ਤੁਹਾਡੀ ਇਮਾਨਦਾਰੀ ਨਾਲ ਲੱਗਦਾ, ਸਹੀ ਕਾਗਜ਼ਾਂ ਦੇ ਨਾਲ ਵੀਜ਼ਾ ਲੱਗਦਾ। ਤੁਹਾਡੇ ਅੰਦਰ ਜੋ ਕਮੀ ਹੈ ਉਸ ਕਮੀ ਨੂੰ ਪੂਰਾ ਕੀਤਾ ਜਾਂਦਾ ਹੈ। ਤੁਸੀਂ ਆਪ ਦੀ ਸਾਰੀ ਜੀਵਨੀ ਦੱਸਦੇ ਹੋ, ਤੁਹਾਡੇ ਮਾਤਾ ਪਿਤਾ ਬਾਰੇ ਲਿਖਿਆ ਜਾਂਦਾ, ਤੁਹਾਨੂੰ ਕੀ ਆਮਦਨ ਉਹਦੇ ਬਾਰੇ ਦੱਸਿਆ ਜਾਂਦਾ। ਤੁਸੀਂ ਕਿਉਂ ਵਾਪਸ ਆਓਗੇ, ਇਹ ਸਾਰੀ ਚੀਜ਼ ਐਮਬੈਸੀ ਨੂੰ ਡਿਟੇਲ ਦੇ ਵਿੱਚ ਦੱਸਣੀ ਪੈਂਦੀ ਹੈ। ਤੁਹਾਡੇ ਕੋਲ ਕਿੰਨੇ ਖੇਤ ਜ਼ਮੀਨ ਦੇ ਨੇ, ਕਿੰਨੇ ਤੁਹਾਡੇ ਕੋਲ ਟਰੈਕਟਰ ਨੇ, ਕਿੱਥੋਂ ਕਿੱਥੋਂ ਤੁਹਾਨੂੰ ਕਿਰਾਇਆ ਆਉਂਦਾ ਵਾ, ਤੁਹਾਡੇ ਘਰ ਦੇ ਕਿੰਨੇ ਜੀਅ ਬਾਹਰ ਗਏ ਹੋਏ ਆ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਤੁਸੀਂ ਵਿਆਹੇ ਹੋ, ਕੁਆਰੇ ਹੋ, ਤੁਹਾਡੇ ਭੈਣ ਭਰਾ ਕੀ ਕਰਦੇ ਨੇ, ਕਿਹੜੀਆਂ ਕਲਾਸਾਂ 'ਚੋਂ ਪੜ੍ਹਦੇ ਨੇ, ਇਹ ਸਾਰੀ ਇਨਫੋਰਮੇਸ਼ਨ ਦੇ ਉੱਤੇ ਬੇਸਡ ਹੈ ਤੁਹਾਡਾ ਵੀਜ਼ਾ। ਅੱਜ ਐਮਬੈਸੀ ਨੇ ਜਦੋਂ ਵੀਜ਼ਾ ਦੇਣਾ, ਇੱਕ ਪਰਿਵਾਰ ਨੂੰ ਵੀਜ਼ਾ ਦੇਣਾ, ਕਿਸੇ ਦੇ ਪੁੱਤਰ ਨੂੰ ਵੀਜ਼ਾ ਮਿਲਣਾ, ਕਿਸੇ ਦੀ ਧੀ ਨੂੰ ਵੀਜ਼ਾ ਮਿਲਣਾ। ਜਿਹਦੀ ਧੀ ਪੁੱਤ ਨੂੰ ਵੀਜ਼ਾ ਮਿਲਣਾ, ਉਹਦੀ ਵੀ ਪ੍ਰੋਫਾਈਲ ਦੇਖੀ ਜਾਣੀ ਹੈ ਕਿ ਉਹ ਬੰਦਾ ਕੋਈ ਕੰਮ ਕਰਦਾ, ਕਿ ਕੱਲ੍ਹ ਨੂੰ ਮਾੜੇ ਸਮੇਂ ਦੇ ਵਿੱਚ ਉਹ ਆਪਦੇ ਬੱਚੇ ਨੂੰ ਸੰਭਾਲ ਲਏਗਾ। ਕਿਤੇ ਇੱਦਾਂ ਤਾਂ ਨਹੀਂ ਕੋਈ ਚੱਕ ਚਕਾ ਕੇ ਆਪਣੇ ਬੱਚੇ ਨੂੰ ਭੇਜਦਾ ਵਾ, ਇਹ ਨਾ ਹੋਵੇ ਉੱਥੇ ਜਾ ਕੇ ਕੱਲ੍ਹ ਨੂੰ ਬੱਚਾ ਰੁੱਲ ਜਾਵੇ। ਅੱਜ ਵੀਜ਼ੇ ਦੀ ਜ਼ਿੰਮੇਵਾਰੀ ਵੀਜ਼ਾ ਆਫਿਸਰ ਦੀ ਜ਼ਿਆਦਾ ਵਾ। ਜਿਸ ਅਫਸਰ ਨੇ ਤੁਹਾਨੂੰ ਵੀਜ਼ਾ ਦੇਣਾ, ਉਹਨੇ ਇਹ ਦੇਖਣਾ ਕਿ ਮੇਰੇ ਹੱਥੋਂ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ, ਮੈਂ ਕਿਸੇ ਇਹੋ ਜਿਹੇ ਬੱਚੇ ਨੂੰ ਤਾਂ ਨਹੀਂ ਵੀਜ਼ਾ ਦੇ ਰਿਹਾ ਜਿਹੜਾ ਕੱਲ੍ਹ ਨੂੰ ਸਾਡੀ ਕੰਟਰੀ ਦੇ ਵਿੱਚ ਜਾ ਕੇ ਕੋਈ ਨੁਕਸਾਨ ਕਰੇਗਾ ਸਾਡਾ। ਤੁਸੀਂ ਮੈਡੀਕਲੀ ਫਿੱਟ ਹੋਣੇ ਚਾਹੀਦੇ ਹੋ, ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਵੀਜ਼ੇ ਰਿਫਿਊਜ਼ ਹੋਏ ਆ ਤਾਂ ਉਹਨਾਂ ਦੇ ਜਸਟੀਫਿਕੇਸ਼ਨਾਂ ਹੋਣੀਆਂ ਚਾਹੀਦੀਆਂ ਕਿ ਪਿਛਲੀਆਂ ਐਮਬੈਸੀਆਂ ਨੇ ਜਾਂ ਪਿਛਲੇ ਵੀਜ਼ਾ ਅਫਸਰਾਂ ਨੇ ਤੁਹਾਨੂੰ ਵੀਜ਼ਾ ਕਿਉਂ ਨਹੀਂ ਦਿੱਤਾ। ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ। ਜ਼ਿੰਦਗੀ ਨਾਲ ਇੱਦਾਂ ਨਹੀਂ ਖੇਡੀਦਾ। ਜੇ ਤੁਹਾਨੂੰ ਇੱਕ ਕਾਲਜ ਦੇ ਵਿੱਚ ਇੱਕ ਕੋਰਸ ਵੀਜ਼ਾ ਨਹੀਂ ਮਿਲਿਆ, ਛੱਡ ਦਿਓ ਇਸ ਕਾਲਜ ਔਰ ਕੋਰਸ ਨੂੰ, ਕਿਸੇ ਹੋਰ 'ਚ ਅਪਲਾਈ ਕਰ ਲਓ। ਜੇ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਸੀ ਤਾਂ ਉਹਨਾਂ ਨੇ ਪਹਿਲੀ ਵਾਰੀ ਇਹ ਵੀਜ਼ਾ ਦੇ ਦੇਣਾ ਸੀ। ਕੀ ਕਰਦੇ ਆ ਗਲਤੀ ਅਸੀਂ ਲੋਕ? ਸਾਡਾ ਇੱਕ ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ, ਅਸੀਂ ਦੂਜੀ ਵਾਰੀ ਵੀ ਉਹਦੇ 'ਚ ਪਾਉਂਦੇ, ਅਸੀਂ ਤੀਜੀ ਵਾਰੀ ਵੀ ਉਹਦੇ 'ਚ ਪਾਉਂਦੇ, ਚੌਥੀ ਵਾਰੀ ਵੀ ਉੱਥੇ ਹੀ ਪਾ ਦਿੰਦੇ। ਤੁਹਾਨੂੰ ਇੱਕ ਵਾਰੀ ਰਿਫਿਊਜ਼ ਹੋਇਆ, ਨਹੀਂ ਪਾਉਣਾ, ਹੁਣ ਨਹੀਂ ਪਾਉਣਾ ਉਸ ਕਾਲਜ ਦੇ ਵਿੱਚ, ਉਸ ਕੋਰਸ ਦੇ ਵਿੱਚ। ਅਗਲੀ ਵਾਰੀ ਚੇਂਜ ਕਰਨਾ ਵਾ। ਆਫਿਸਰ ਨੂੰ ਦੱਸਣਾ ਵਾ ਕਿ ਮੇਰੀ ਫਾਈਲ ਦੇ ਵਿੱਚ ਕੁਝ ਚੇਂਜ ਹੋਇਆ ਤੇ ਮੇਰੀ ਫਾਈਲ ਦੁਬਾਰਾ ਅਸੈਸ ਕੀਤੀ ਜਾਏ। ਉਸੇ ਤਰੀਕੇ ਨਾਲ ਪਹਿਲਾਂ ਜਿੱਦਾਂ ਫਾਈਲ ਆਈ ਉੱਦਾਂ ਹੀ ਚੱਕ ਕੇ ਫਿਰ ਦੁਬਾਰਾ ਲਗਾਤੀ, ਵੀਜ਼ਾ ਨਹੀਂ ਮਿਲਣਾ। ਅੱਜ ਇੱਕ ਵੀਜ਼ਾ ਆਫਿਸਰ ਵੀਜ਼ਾ ਦੇਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਦੇਖਦਾ? ਇੱਕ ਆਫਿਸਰ ਦੇਖਦਾ ਕਿ ਤੁਹਾਡੇ 6 ਬੈਂਡ ਈਚ ਹੈਗੇ ਆ। ਜੇਕਰ ਤੁਹਾਡੇ ਬੈਂਡ 6 ਈਚ ਹੈਗੇ ਆ, ਤੁਹਾਡੀ ਫਾਈਲ SDS ਸਿਸਟਮ 'ਚ ਜਾਂਦੀ ਹੈ, ਜਿੱਥੇ ਫਾਈਲ ਜਲਦੀ ਪ੍ਰੋਸੈਸ ਹੁੰਦੀ ਹੈ। ਤੁਹਾਡੇ ਮਾਂ-ਬਾਪ ਦੀ ਆਮਦਨ ਕਿੰਨੀ ਹੈ, ਤੁਹਾਡੇ ਕੋਲ ਕਿੰਨੇ ਰੁਪਈਏ ਹੈਗੇ ਆ,
ਕੀ ਤੁਹਾਡੇ ਕੋਲ ਜਿਹੜੇ ਬੈਂਕ 'ਚ ਪੈਸੇ ਸ਼ੋਅ ਕਰ ਰਹੇ ਹੋ ਪੈਸੇ 4 ਮਹੀਨੇ ਪੁਰਾਣੇ ਹੈਗੇ ਆ? ਕੀ ਤੁਹਾਡੇ ਮਾਪੇ ਦਾ ਕੋਈ ਕਾਰੋਬਾਰ ਹੈਗਾ ਵਾ, ਉਹਦੀ ਇਨਕਮ ਟੈਕਸ ਦੀ ਰਿਟਰਨ ਤੁਸੀਂ ਨਾਲ ਲਗਾਈ ਹੈ? ਤੁਹਾਡੇ ਪਰਿਵਾਰ ਦੀ ਸਾਲਾਨਾ ਆਮਦਨ ਕਿੰਨੀ ਹੈ? ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਰਹਿੰਦਾ ਵਾ ਬਾਹਰ? ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਕੋਈ ਵੀ ਚੀਜ਼ ਲੁਕਾਉਣੀ ਨਹੀਂ ਕਦੀ ਤੁਸੀਂ। ਜੇ ਤੁਹਾਨੂੰ ਸਹੁਰਿਆਂ ਵੱਲੋਂ ਪੇਕਿਆਂ ਵੱਲੋਂ ਵੀ ਕਿਤੋਂ ਕੋਈ ਜ਼ਮੀਨ ਆਉਂਦੀ ਹੈ ਜਾਂ ਉਹਦਾ ਠੇਕਾ ਤੁਹਾਡੇ ਨਾਂ 'ਤੇ ਆਉਂਦਾ, ਤੁਹਾਨੂੰ ਕਿਤੋਂ ਐਕਸਟਰਾ ਇਨਕਮ ਹੈਗੀ, ਉਹਦੇ ਬਾਰੇ ਜ਼ਰੂਰ ਦੱਸਣਾ। ਤੁਸੀਂ ਲੁਕਾਉਣਾ ਨਹੀਂ ਹੈ ਕੁਛ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ। ਜਿੱਥੇ ਕਿਤੇ ਆਫਿਸਰ ਨੂੰ ਲੱਗਾ ਤੁਸੀਂ ਝੂਠ ਬੋਲਦੇ ਪਏ ਹੋ ਜਾਂ ਤੁਸੀਂ ਕੋਈ ਚੀਜ਼ ਲੁਕੋਈ ਆ, ਉਹਨਾਂ ਨੇ ਵੀਜ਼ਾ ਰਿਫਿਊਜ਼ ਕਰ ਦੇਣਾ ਤੁਹਾਡਾ। ਬਾਹਰ ਜਾਣ ਵਾਸਤੇ ਸਭ ਤੋਂ ਪਹਿਲਾ ਸਟੈਪ ਕੀ ਹੈ? ਸਭ ਤੋਂ ਪਹਿਲਾ ਸਟੈਪ ਹੈ ਇੱਕ ਸਹੀ ਕੋਰਸ ਦੀ ਚੋਣ ਕਰਨਾ, ਇੱਕ ਸਹੀ ਕਾਲਜ ਦੀ ਚੋਣ ਕਰਨਾ। ਜਿਸ ਕਾਲਜ ਕੋਰਸ ਦੇ ਵਿੱਚ ਤੁਸੀਂ ਜਾ ਰਹੇ ਹੋ ਤੁਹਾਡੀ ਪੜ੍ਹਾਈ ਨਾਲ ਮੈਚ ਖਾਂਦਾ। ਤੁਸੀਂ ਇੱਦਾਂ ਤੇ ਨਹੀਂ ਆਰਟਸ ਦੀ ਪੜ੍ਹਾਈ ਪੜ੍ਹੀ ਔਰ ਤੁਸੀਂ ਵੀਜ਼ਾ ਲਵਾ ਲਿਆ ਆਪਣਾ ਇੰਜੀਨੀਅਰਿੰਗ ਦੇ ਕੋਰਸ ਦੇ ਵਿੱਚ। ਜਿਹੜੀ ਪੜ੍ਹਾਈ ਤੁਸੀਂ ਪੜ੍ਹਨ ਚੱਲੇ ਹੋ, ਕੀ ਇਹ ਪੜ੍ਹਾਈ ਇੰਡੀਆ 'ਚ ਅਵੇਲੇਬਲ ਹੈਗੀ ਹੈ? ਫਿਰ ਕਿਉਂ ਚੱਲੇ ਹੋ ਕੈਨੇਡਾ ਪੜ੍ਹਨ ਵਾਸਤੇ? ਤੁਹਾਨੂੰ ਕੋਈ ਯੂਨੀਕ ਕੋਰਸ ਲੈਣਾ ਪੈਣਾ, ਕੋਈ ਇੱਦਾਂ ਦੀ ਪੜ੍ਹਾਈ ਲੈਣੀ ਪੈਣੀ ਹੈ ਜਿਹੜੀ ਇੰਡੀਆ ਦੇ ਵਿੱਚ ਨਹੀਂ ਪੜ੍ਹਾਈ ਜਾਂਦੀ। ਦੋਸਤੋ, ਮੇਰਾ ਇਹ ਕਾਰੋਬਾਰ ਹੈ। ਇਸ ਕਾਰੋਬਾਰ 'ਚ ਅਸੀਂ ਵੀਜ਼ੇ ਲਵਾਉਂਦੇ ਹਾਂ। ਸਾਡਾ ਕਾਰੋਬਾਰ ਵੀਜ਼ਾ ਲਵਾਉਣ ਦਾ ਵਾ। ਵੀਜ਼ਾ ਕੰਸਲਟੈਂਟ ਹਾਂ ਅਸੀਂ। ਸਾਡੇ ਲਈ ਤੁਹਾਡਾ ਹੋ ਸਕਦਾ ਦਾਖਲਾ ਤੁਹਾਡੇ ਮਨਪਸੰਦ ਕਾਲਜ ਔਰ ਕੋਰਸ 'ਚ ਨਾ ਕਰਾ ਪਾਈਏ। ਹੋ ਸਕਦਾ ਤੁਹਾਨੂੰ ਵੈਨਕੂਵਰ ਟੋਰਾਂਟੋ ਨਾ ਭੇਜ ਪਾਵਾਂ, ਮੈਂ ਕੈਨੇਡਾ ਜ਼ਰੂਰ ਭੇਜ ਦੂੰਗਾ ਤੁਹਾਨੂੰ, ਕਿ ਮੇਰੀ ਵੀ ਬੱਚਿਆਂ ਦੀ ਰੋਜੀ ਰੋਟੀ ਚੱਲਦੀ ਹੈ ਇੱਥੋਂ। ਸਾਡੇ ਕੋਲ ਇੱਕ ਐਕਸਪਰਟ ਟੀਮ ਹੈ ਜੋ ਵੀਜ਼ਾ 'ਤੇ ਕੰਮ ਕਰਦੀ ਹੈ। ਤੁਹਾਡਾ 2 4 5 ਵਾਰੀ ਰਿਫਿਊਜ਼ ਹੋ ਗਿਆ, ਅਸੀਂ ਤੁਹਾਡਾ ਵੀਜ਼ਾ ਲੈ ਸਕਦੇ ਹਾਂ। ਅਸੀਂ ਸਵੇਰ ਤੋਂ ਸ਼ਾਮ ਤੱਕ ਵੀਜ਼ੇ ਹੀ ਲਵਾਉਂਦੇ ਹਾਂ। ਕੀ ਕਮੀ ਹੈ ਤੁਹਾਡੇ ਅੰਦਰ? ਗੈਪ ਹੈਗਾ ਤੁਹਾਡਾ, ਉਹਦਾ ਹੱਲ ਹੈਗਾ। ਇਸ ਗੈਪ ਦੇ ਵਿੱਚ ਤੁਸੀਂ ਜੋ ਕੀਤਾ ਉਹਦੀ ਜਸਟੀਫਿਕੇਸ਼ਨ ਚਾਹੀਦੀ ਹੈ। ਕਿਉਂ ਗੈਪ ਹੁੰਦਾ ਕਿਸੇ ਦਾ? ਇਸ ਗੈਪ ਦੇ ਦੌਰਾਨ ਕੀ ਤੁਸੀਂ ਕਿਸੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਈਆਂ? ਤੁਸੀਂ ਆਪਣੇ ਮਾਪੇ ਦੇ ਬਿਜ਼ਨਸ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਹੈ? ਕੋਈ ਨਾ ਕੋਈ ਲੌਜੀਕਲੀ ਆਨਸਰ ਤੁਹਾਨੂੰ ਦੇਣਾ ਪੈਣਾ। ਨਹੀਂ ਹੈਗਾ ਫਿਰ ਅਸੀਂ ਸਿੱਧਾ ਲਿਖਾਂਗੇ ਕਿ ਮੈਂ ਅਨਇੰਪਲੋਇਡ ਹਾਂ, ਕਿ ਮੈਂ ਬੜੀ ਕੋਸ਼ਿਸ਼ ਕੀਤੀ ਨੌਕਰੀ ਲੱਭਣ ਦੀ, ਮੈਨੂੰ ਨੌਕਰੀ ਨਹੀਂ ਮਿਲੀ, ਮੈਂ ਬੇਰੁਜ਼ਗਾਰ ਹਾਂ। ਪਿਛਲੇ 3 ਸਾਲ ਤੋਂ ਲਿਖਣ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਅਸੀਂ ਹਜ਼ਾਰਾਂ ਹੀ ਵੀਜ਼ੇ ਲਏ ਆ ਐਮਬੈਸੀ ਦੀ ਫਾਈਲ 'ਚ ਲਿਖ ਕੇ ਕਿ ਬੰਦਾ ਬੇਰੁਜ਼ਗਾਰ ਹੈ। ਇੱਕ ਝੂਠਾ ਵਰਕ ਐਕਸਪੀਰੀਅੰਸ ਲਾਉਣ ਨਾਲੋਂ ਵਧੀਆ ਵਾ ਤੁਸੀਂ ਸੱਚ ਬੋਲ ਦਿਓ, ਐਮਬੈਸੀ ਨੂੰ ਦੱਸ ਦਿਓ ਮੈਨੂੰ ਨੌਕਰੀ ਨਹੀਂ ਮਿਲੀ। ਤੁਹਾਡੇ ਨੰਬਰ ਘੱਟ ਹੈ, ਤੁਸੀਂ ਫਾਊਂਡੇਸ਼ਨ ਦਾ ਕੋਰਸ ਲੈ ਲਓ। ਕੋਈ ਇੱਦਾਂ ਦਾ ਕੋਰਸ ਲੈ ਲਓ ਜਿਹਦੇ ਵਿੱਚ ਤੁਹਾਡੇ ਨੰਬਰ ਜ਼ਿਆਦਾ ਬਣ ਜਾਣ ਉੱਥੇ ਜਾ ਕੇ। ਤੁਹਾਡੇ ਆਇਲਸ ਦੇ ਵਿੱਚ ਬੈਂਡ ਘੱਟ ਹੈ, ਤੁਸੀਂ ਅੰਗਰੇਜ਼ੀ ਪੜ੍ਹਨ ਦਾ ਕੋਰਸ ਲੈ ਲਓ। ਕਈ ਤਰ੍ਹਾਂ ਦੀ ਪੜ੍ਹਾਈ ਹੈ, ਕਈ ਤਰ੍ਹਾਂ ਦੇ ਹੱਲ ਹੈ। ਤੁਹਾਡਾ 8-10 ਸਾਲ ਦਾ ਵੀ ਗੈਪ ਹੈ, ਮੈਂ ਵਿਨੇ ਹਰੀ ਤੁਹਾਨੂੰ ਚੈਲੰਜ ਦਊਂਗਾ ਕਿ ਆਪਾਂ ਇਹ ਵੀਜ਼ਾ ਲੈ ਲਾਂਗੇ ਤੁਹਾਡਾ। ਤੁਸੀਂ ਕਾਗਜ਼ ਤਾਂ ਲੈ ਕੇ ਆਓ, ਹੌਸਲਾ ਤਾਂ ਰੱਖੋ। 10-10 12-12 ਸਾਲ ਦੇ ਗੈਪ ਵਾਲੇ ਪਤਾ ਨਹੀਂ ਕਿੰਨੇ ਬੱਚੇ ਅਸੀਂ ਭੇਜ ਚੁੱਕੇ ਹਾਂ। ਤੁਹਾਡੇ ਕੋਲ ਆਇਲਸ ਨਹੀਂ ਹੋ ਰਹੀ, ਤੁਹਾਡੇ ਕੋਲ ਬੈਂਡ ਨਹੀਂ ਲੈ ਹੋ ਰਹੇ, ਤੁਹਾਡੇ ਨੰਬਰ ਘੱਟ ਨੇ, ਪੜ੍ਹਾਈ 'ਚ ਗੈਪ ਪੈ ਗਿਆ, 5-7 ਵਾਰੀ ਰਿਫਿਊਜ਼ ਹੋ ਗਏ, ਤੁਹਾਡਾ ਕੇਸ ਨਹੀਂ ਫੜਨਾ ਕਿਸੇ ਨੇ। ਸਾਡੇ ਨਾਲ ਆ ਕੇ ਕੰਸਲਟ ਕਰੋ। ਇਹ 2 ਨੰਬਰ ਤੁਹਾਨੂੰ ਡਿਸਪਲੇ ਹੋ ਰਹੇ, ਇਹਨਾਂ ਨੰਬਰਾਂ 'ਤੇ ਕਾਲ ਕਰੋ। ਕਾਲ ਕਰਕੇ ਅਪੁਆਇੰਟਮੈਂਟ ਲਓ, ਮੇਰੇ ਨਾਲ ਟਾਈਮ ਰੱਖੋ, ਮੈਨੂੰ ਮਿਲੋ, ਮੈਨੂੰ ਆਪਣੀ ਸਮੱਸਿਆ ਦੱਸੋ, ਮੈਂ ਹੱਲ ਕੱਢ ਕੇ ਦੇਖੂੰਗਾ। ਤੁਹਾਨੂੰ ਹੱਲ ਵੱਲ ਤੋਰੂੰਗਾ ਕਿ ਤੁਹਾਡਾ ਹੱਲ ਕੀ ਹੈ। ਪ੍ਰੋਬਲਮ ਤਾਂ ਹਰ ਘਰ 'ਚ ਹੈ। ਨਿਰਾਸ਼ ਹੋਣ ਨਾਲ ਕੁਛ ਨਹੀਂ ਹੋਣਾ। ਜ਼ਿੰਦਗੀ 'ਚ ਹਰ ਤਰ੍ਹਾਂ ਦਾ ਸਮਾਂ ਆਇਆ, ਹਰ ਰੋਜ਼ ਟਾਈਮ ਚੇਂਜ ਹੁੰਦਾ ਹੈ, ਤੁਹਾਡਾ ਵੀ ਟਾਈਮ ਚੇਂਜ ਹੋਏਗਾ। ਵਿਸ਼ਵਾਸ ਦੇ ਨਾਲ ਇਹਨਾਂ ਨੰਬਰਾਂ 'ਤੇ ਕਾਲ ਕਰੋ। ਤੁਹਾਡੀ EIP ਤੋਂ ਬਾਅਦ ਰਿਫਿਊਜ਼ਲ ਆਈ ਹੈ, ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਕਿਸੇ ਵੀ ਰੀਜ਼ਨ ਕਰਕੇ ਰਿਫਿਊਜ਼ ਹੋਇਆ, ਮੈਂ ਤੁਹਾਨੂੰ ਸਹੀ ਰਸਤਾ ਦਿਖਾਊਂਗਾ ਕਿੱਦਾਂ ਤੁਸੀਂ ਵੀਜ਼ੇ ਤੱਕ ਪਹੁੰਚ ਸਕਦੇ ਹੋ। ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਮੇਰੇ ਨਾਲ ਅਪੁਆਇੰਟਮੈਂਟ ਬਣਾਓ ਤੇ ਸੋਮਵਾਰ ਆ ਕੇ ਤੁਸੀਂ ਮੈਨੂੰ ਮਿਲੋ। ਧੰਨਵਾਦ।